ਮੋਟਸ ਜਿਹੜਾ ਆਪਣਾ ਸੀਗਾ FMCSA ਦੀ ਨਵੀਂ ਰਜਿਸਟ੍ਰੇਸ਼ਨ ਵਾਲਾ ਰਜਿਸਟ੍ਰੇਸ਼ਨ ਸਿਸਟਮ ਉਹ ਜਿਹੜਾ ਅਨਾਊਂਸ ਹੋ ਚੁੱਕਾ ਆ। ਸੋ ਜਿਹੜਾ ਇਸ ਵੇਲੇ ਕਰੰਟ ਰਜਿਸਟ੍ਰੇਸ਼ਨ ਫੰਕਸ਼ਨੈਲਿਟੀ ਹੈਗੀ ਆ, ਇਨਕਲੂਡਿੰਗ ਨਵੀਂ ਐਪਲੀਕੇਸ਼ਨ, URS ਚੇਂਜਸ, ਫਾਈਲਿੰਗਸ, ਐਵਰੀਥਿੰਗ ਜਿਹੜਾ ਆ ਪਰਮਾਨੈਂਟਲੀ ਰਿਟਾਇਰ ਹੋ ਜਾਣਾ ਆ ਮਈ 14 ਨੂੰ ਸ਼ਾਮ ਨੂੰ 8 ਵਜੇ ਈਸਟਰਨ ਟਾਈਮ 'ਤੇ। ਹਫ਼ਤਾ ਰਹਿ ਗਿਆ ਪੂਰਾ। ਹਾਂਜੀ, ਮਈ 14 ਨੂੰ 8 ਵਜੇ ਸ਼ਾਮ ਨੂੰ ਈਸਟਰਨ ਟਾਈਮ ਸਾਰਾ ਜਿਹੜਾ ਸਿਸਟਮ ਦੇ ਵਿੱਚ ਜੋ ਵੀ ਚੀਜ਼ਾਂ ਹੈਗੀਆਂ ਉਹ ਰਿਟਾਇਰ ਹੋ ਜਾਣੀਆਂ। ਸੋ FMCSA ਨੇ ਇੱਕ ਗੱਲ ਕੀਤੀ ਹੈ ਕਿ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਕੰਪਨੀਜ਼ ਹੈਗੀਆਂ, ਕਿਉਂਕਿ ਇੱਥੇ ਰਾਜਕਰਨ ਬਹੁਤ ਜ਼ਿਆਦਾ ਕਨਫਿਊਜ਼ ਅਤੇ ਬਹੁਤ ਜ਼ਿਆਦੀਆਂ ਪ੍ਰੋਬਲਮਸ ਜਿਹੜੀਆਂ ਸ਼ੁਰੂ ਹੋ ਜਾਣੀਆਂ ਕਿ ਜਿਹਦੇ ਵਿੱਚ ਬਹੁਤ ਕੰਪਨੀਆਂ ਦੇ ਜਿਹੜੇ ਇਨਫੋਰਮੇਸ਼ਨ ਹੈਗੀ ਆ ਉਹ ਇਨਕਰੈਕਟ ਹੈਗੀ, ਉਹਦੇ ਵਿੱਚ ਬਹੁਤ ਕੰਪਨੀਆਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਠੀਕ ਨਹੀਂ ਹੈਗੀ। ਸੋ ਉਹਦੇ ਲਈ ਜਿਹੜੀਆਂ FMCSA ਆ ਉਹਨਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਹਰ ਕੰਪਨੀ ਨੂੰ ਆਪਣਾ ਜਿਹੜਾ ਅਕਾਊਂਟ ਹੈਗਾ ਆ, FMCSA ਵੱਲੋਂ ਕਿਹਾ ਗਿਆ ਕਿ ਪਹਿਲਾਂ ਤਾਂ ਉਹ ਦੇਖਣਾ ਜ਼ਰੂਰੀ ਆ ਕਿ ਉਹਨਾਂ ਦਾ ਅਕਾਊਂਟ ਐਕਟਿਵ ਆ। ਕਿਉਂਕਿ ਜਦੋਂ ਇਹ ਬੰਦ ਹੋ ਗਿਆ, ਦੂਜਾ ਜਿੰਨਾ ਚਿਰ ਲਾਂਚ ਨਹੀਂ ਹੁੰਦਾ ਉਹਨਾਂ ਚਿਰ ਫਿਰ ਕੋਈ ਵੀ ਚੇਂਜਸ ਨਹੀਂ ਕਰ ਸਕਦੇ। ਪਹਿਲਾਂ ਤਾਂ ਅਕਾਊਂਟ ਐਕਟਿਵ ਹੋਣਾ ਜ਼ਰੂਰੀ ਆ। ਦੂਜਾ ਜਿਹੜਾ ਤੁਹਾਡੇ ਅਕਾਊਂਟ ਦੇ ਉੱਤੇ ਜਿਹੜੀ ਯੂਜ਼ਰ ਲਿਸਟ ਆ ਉਹ ਬਹੁਤ ਇੰਪੋਰਟੈਂਟ ਕਰ ਦਿੱਤੀ ਗਈ ਹੈ। ਯੂਜ਼ਰ ਲਿਸਟ ਜਿਹੜੀ ਆ ਉਹ ਤੁਸੀਂ ਮਤਲਬ ਉਹ ਚੈੱਕ ਕਰਨੀ ਹੈਗੀ ਹੈ ਕਿ ਉਹਦੇ ਵਿੱਚ ਕੌਣ ਕੌਣ ਹੈਗਾ, ਅਤੇ ਆਪਣੀ ਕੰਪਨੀ ਦੀ ਇਨਫੋਰਮੇਸ਼ਨ ਅਪਡੇਟ ਕਰਨੀ ਹੈਗੀ ਆ। ਸੋ MCS 150 ਜਿੱਦਾਂ ਤੁਸੀਂ ਅਪਡੇਟ ਕਰਦੇ ਹੈਗੇ ਆ, MCS 150 ਅਪਡੇਟ ਕਰ ਲਓ। ਖਾਸ ਕਰਕੇ ਇੰਪੋਰਟੈਂਟ ਜਿਹੜਾ ਹੈਗਾ ਯੂਜ਼ਰ ਲਿਸਟ। ਸੋ ਇਹਦੇ ਵਿੱਚ ਜਿਹੜਾ ਕੰਪਨੀ ਦਾ ਐਡਮਿਨ ਹੈਗਾ ਉਹਨਾਂ ਦੀ ਈਮੇਲ ਬਹੁਤ ਇੰਪੋਰਟੈਂਟ ਰਹੇਗੀ, ਕਿਉਂਕਿ ਉਹਨਾਂ ਦੀ ਈਮੇਲ ਜਿਹੜੀ ਆ ਉਹ ਉਹਦੇ ਨਾਲ ਹੀ ਸਾਰੀਆਂ ਮੇਜਰ ਚੇਂਜਸ ਜਿਹੜੀਆਂ ਹੋ ਸਕਦੀਆਂ। ਸੋ ਇੱਥੇ ਰਾਜਕਰਨ ਬਹੁਤ ਇੰਪੋਰਟੈਂਟ ਹੈਗਾ ਕਿ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਜਿਹੜੇ ਲੌਗਇਨਸ ਵਗੈਰਾ ਹੈਗੇ ਆ, ਪਾਸਵਰਡਸ ਹੈਗੇ ਆ, ਲੌਗਇਨਸ ਹੈਗੇ ਆ, ਉਹ ਸਾਰੇ ਕਈ ਜਾਂ ਤਾਂ ਜਿਹੜੀਆਂ ਪਰਮਿਟ ਵਾਲੀਆਂ ਕੰਪਨੀਆਂ ਉਹਨਾਂ ਦੇ ਕੋਲ ਹੁੰਦੇ ਆ ਜਾਂ ਕਿਸੇ ਹੋਰ ਕੋਲ ਹੁੰਦੇ ਆ ਜਿਹੜੇ ਮਾਸਟਰ ਲੌਗਇਨ ਆ। ਸੋ ਕਈ ਚੀਜ਼ਾਂ ਜਿਹੜੀਆਂ ਔਰ ਕਈਆਂ ਨੇ ਇਸ ਤਰ੍ਹਾਂ ਵੀ ਕੀਤਾ ਹੋਇਆ ਕਿ ਈਮੇਲਸ ਨਵੀਆਂ ਸਾਈਨ ਅਪ ਕਰਕੇ ਅਤੇ ਉਹਨਾਂ ਦੇ ਜਿਹੜੇ ਅਕਾਊਂਟਸ ਬਣਾਏ ਹੋਏ ਆ ਉਹ ਵੀ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਬਿਕੋਜ਼ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਚੁਏਸ਼ਨਸ ਖੜੀਆਂ ਹੋ ਜਾਣੀਆਂ ਕਿ ਤੁਹਾਨੂੰ ਸਾਰਾ ਕੁਝ ਵੈਰੀਫਾਈ ਕਰਨਾ ਪਿਆ ਕਰਨਾ। ਸੋ ਵੈਰੀਫਾਈ ਕਰਨ ਤੋਂ ਬਿਨਾਂ ਜਿਹੜਾ ਆ ਉਹ ਤੁਸੀਂ ਮੁੜ ਕੇ ਫਿਰ ਗਾਂਹ ਨਹੀਂ ਵੱਧ ਸਕਦੇ। ਸੋ ਇਸ ਕਰਕੇ ਇਸ਼ੂ ਅਤੇ ਪ੍ਰੋਬਲਮਸ ਜਿਹੜੀਆਂ ਕਾਫੀ ਖੜੀਆਂ ਹੋਣਗੀਆਂ ਜੇ ਤੁਸੀਂ ਟਾਈਮ 'ਤੇ ਇਹਨਾਂ ਨੂੰ ਨਹੀਂ ਮਤਲਬ ਕਿ ਇਹਨਾਂ ਨੂੰ ਨਹੀਂ ਠੀਕ ਨਹੀਂ ਕਰਦੇ। ਸੋ ਜਿੱਦਾਂ ਆਪਾਂ ਸਕਰੀਨ ਤੇ ਦੇਖ ਰਹੇ ਹਾਂ, ਜਿਹੜੇ ਵਿਊਅਰਸ ਆ ਸਾਡੇ ਉਹ ਦੇਖ ਰਹੇ, ਜਿੱਦਾਂ motus.dot.gov ਇਹ ਸਾਹਮਣੇ ਆ ਜਾਂਦਾ, ਇੱਕ login.gov ਆ ਜਾਂਦਾ ਆ, ਇੱਕ ਸਾਈਨ ਇਨ ਮਾਈ ਐਕਸੈਸ ਆ ਜਾਂਦਾ ਆ। ਸੋ ਇਹਦੇ ਵਿੱਚ ਜਿਨ੍ਹਾਂ ਦੇ ਮੌਜੂਦਾ ਹੈਗੇ ਆ ਉਹਨਾਂ ਨੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ? ਕੀ ਹੁਣ ਇਹ ਲੌਗਇਨ ਦੇ ਨਾਲ ਹੋਣਾ ਆ ਜਾਂ ਜਿਹੜਾ ਸਾਈਨ ਇਨ ਐਕਸੈਸ ਮਾਈ ਐਕਸੈਸ ਆ? ਸੋ ਇਹਦੇ ਵਿੱਚ ਤੁਸੀਂ ਕਰਕੇ ਦੇਖਿਆ ਰਮਨ ਜੀ ਵੀ ਕਿਸ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਵਾਲੇ ਪਾਸੇ ਨੂੰ ਜਾਣਾ ਆ? ਰਾਜਕਰਨ ਮੈਂ ਟਰਾਈ ਕਰ ਰਿਹਾ ਤੁਹਾਨੂੰ ਕਾਪੀ ਭੇਜਣ ਦੀ, ਜਿਹੜੀ ਆ ਉਹਦੀ ਨੋਟਿਸ ਦੀ ਕਾਪੀ ਭੇਜਣ ਦੀ। ਸੋ ਨੋਟਿਸ ਦੀ ਕਾਪੀ ਦੇ ਵਿੱਚ ਉਹਨਾਂ ਨੇ ਸਾਰਾ ਕੁਛ FAQs ਐਂਡ ਐਵਰੀਥਿੰਗ ਜਿਹੜਾ ਆ ਉਹ ਭੇਜਿਆ ਹੈਗਾ। ਹਰ ਇੱਕ ਚੀਜ਼ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਕੀਤੀ ਹੈਗੀ ਆ। FMCSA ਪੋਰਟਲ ਰਜਿਸਟ੍ਰੇਸ਼ਨ ਯੂਜ਼ਰ ਗਾਈਡ, FMCSA ਪੋਰਟਲ ਐਕਸ਼ਨ ਟੂ ਪ੍ਰੀਪੇਅਰ ਫॉर ਮੋਟਸ ਅਤੇ ਆਸਕ FMCSA ਐਨੀਥਿੰਗ। ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜਿਨ੍ਹਾਂ ਦੇ ਵੀ ਅਕਾਊਂਟ ਹੈਗੇ ਆ ਇਸ ਵੇਲੇ ਜਾਂ ਜਿਹੜੇ ਵੀ ਉਹਨਾਂ ਦੀ ਸਬਸਕ੍ਰਿਪਸ਼ਨ ਲਿਸਟ 'ਤੇ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਆ ਪੋਰਟਲ ਦਾ ਐਕਸੈਸ ਜਿਹੜਾ ਆ ਇਹ ਜ਼ਰੂਰ ਮਿਲਿਆ ਹੋਵੇਗਾ। ਰਾਜਕਰਨ ਮੈਂ ਤੁਹਾਨੂੰ ਥੋੜ੍ਹੀ ਦੇਰ ਦੇ ਵਿੱਚ ਜਿਹੜਾ ਦੇਖ ਕੇ ਕੋਈ ਨਹੀਂ, ਜ਼ਰੂਰ ਕਰ ਦੇਣਾ ਆਪਾਂ, ਫਿਰ ਆਪਾਂ ਸ਼ੋਅ ਵੀ ਉਸਨੂੰ ਜਿਹੜਾ ਉਹ ਕਰ ਦੇਵਾਂਗੇ। ਅੱਛਾ, ਹੁਣ ਇਹ ਜਿਹੜੀ ਤੁਸੀਂ ਯੂਜ਼ਰ ਲਿਸਟ ਦੀ ਗੱਲ ਕਰ ਰਹੇ, ਕਿਉਂਕਿ ਇਹ ਆਈ ਥਿੰਕ ਇੱਥੇ ਆਪਣੇ ਸਾਰੇ ਜਿੰਨੇ ਵੀ ਜਿਹੜੀ ਤੁਸੀਂ ਗੱਲ ਆਖੀ ਆ ਨਾ, ਇਹ ਸਮਝਣ ਦੀ ਜਿਹੜੀ ਜ਼ਰੂਰਤ ਇਸ ਗੱਲੋਂ ਆ ਵੀ ਤੁਸੀਂ ਹੁਣ ਜਦੋਂ ਐਕਸੈਸ ਸਾਰਿਆਂ ਨੂੰ ਦਿੱਤਾ ਆ, ਕੀ ਉਹ ਮੇਨ ਬਣੇ ਰਹਿ ਜਾਣਗੇ, ਤੁਹਾਨੂੰ ਯੂਜ਼ਰ ਬਣਾ ਦੇਣਗੇ, ਜਾਂ ਤੁਸੀਂ ਆਪਣੇ ਕੋਲ ਕੰਟਰੋਲ ਜਿਹੜਾ ਉਹ ਲੈਣਾ? ਸੋ ਆਈ ਥਿੰਕ ਇਹ ਥੋੜਾ ਜਿਹਾ ਹੋਰ ਇਸ ਦੇ ਉੱਤੇ ਰਮਨ ਜੀ ਥੋੜਾ ਦੱਸੋ, ਤਾਂ ਜੋ ਲੋਕ ਆਪਣੀ ਕੰਪਨੀ ਦੇ ਰਜਿਸਟ੍ਰੇਸ਼ਨ ਦੇ ਜਿਹੜੇ ਉਹ ਖੁਦ ਮੇਨ ਐਡਮਿਨ ਜਿਹੜੇ ਉਹ ਬਣੇ ਰਹਿਣ। ਬਿਲਕੁਲ ਰਾਜਕਰਨ, ਜਿਹੜਾ ਮੇਨ ਚੀਜ਼ ਹੈਗੀ ਆ ਕਿ ਇਹਦੇ ਵਿੱਚ ਦੱਸੀ ਗਈ ਹੈ ਕਿ ਜਿਹੜੇ ਵੀ ਮੇਨ ਓਨਰ ਹੈਗਾ ਕੰਪਨੀ ਦਾ, ਉਹਨਾਂ ਦੇ ਥਰੂ ਹੀ ਸਾਰਾ ਕੁਝ ਜਿਹੜਾ ਆ ਉਹ ਹੋਣਾ ਹੈਗਾ। ਸੋ ਅੱਗੇ ਵੀ ਹੁੰਦਾ ਤਾਂ ਇੱਦਾਂ ਹੀ ਸੀਗਾ, ਪਰ ਹੁਣ ਥੋੜ੍ਹਾ ਜਿਹਾ ਸਟ੍ਰਿਕਟਨੈਸ ਹੋ ਗਈ ਹੈ ਕਿ ਕਿਉਂਕਿ ਦੇਖੋ ਅਗੇਨ ਰਾਜਕਰਨ ਉਹੀ ਗੱਲ ਆਉਂਦੀ ਆ ਐਟ ਦਾ ਐਂਡ ਆਫ ਦਾ ਡੇ,
ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਮੈਨੂੰ ਦੇਖਣ ਨੂੰ ਮਿਲਦਾ ਔਰ ਜਿਹੜਾ ਮੈਨੂੰ ਸੁਣਨ ਨੂੰ ਮਿਲਦਾ ਸਾਰਾ ਦਿਨ, ਕਿ ਸਾਡੀ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਕਿ ਸਾਡੇ ਜਿਹੜੇ ਬੰਦੇ ਹੈਗੇ ਆ, ਉਹ ਕਹਿ ਦਿੰਦੇ ਆ ਕਿ ਭਾਜੀ ਤੁਸੀਂ ਆਪੇ ਲੌਗਇਨ ਕਰ ਲਿਓ, ਆਪੇ ਮੇਰਾ ਠੀਕ ਕਰ ਦਿਓ, ਜਾਂ ਆਪੇ ਤੁਸੀਂ ਲੌਗਇਨ ਕਰਕੇ ਆਪੇ ਮੇਰਾ ਅਕਾਊਂਟ ਕ੍ਰੀਏਟ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਠੀਕ ਹੈ। ਵੰਸ ਜਦੋਂ ਤੁਹਾਡਾ ਲੌਗਇਨ ਪਾਸਵਰਡ ਅਗਲਾ ਕ੍ਰੀਏਟ ਹੋ ਜਾਂਦਾ ਆ ਤੇ ਅਗਲੇ ਦਾ ਕੰਟਰੋਲ ਹੋ ਜਾਂਦਾ, ਮੁੜ ਕੇ ਉਸ ਕੰਪਨੀ ਕੋਲੋਂ ਲੌਗਇਨ ਪਾਸਵਰਡ ਕਢਵਾਉਣਾ ਮੁਸ਼ਕਿਲ ਹੋ ਜਾਂਦਾ। ਮਤਲਬ ਕਿ ਉਹ ਨਹੀਂ ਦਿੰਦੇ, ਮਤਲਬ ਕਿ ਬਹੁਤ ਜ਼ਿਆਦਾ ਦੁਖੀ ਤੇ ਤੰਗ ਕਰਦੀ ਹੈ ਦੁਨੀਆ। ਸੋ ਉੱਥੇ ਫਿਰ ਪੈਸੇ ਦੀ ਮੰਗ ਕੀਤੀ ਜਾਂਦੀ ਆ, ਉੱਥੇ ਫਿਰ ਹੋਰ ਚੀਜ਼ਾਂ ਦੀ ਮੰਗ ਕੀਤੀ ਜਾਂਦੀ ਆ, ਔਰ ਇਹ ਇੱਕ ਜ਼ਰੀਆ ਬਣਦਾ ਆ ਤੁਹਾਡੀ ਜਿਹੜੀ ਆ MC ਜਿਹੜੀ ਆ ਉਹ ਬਲੈਕਮੇਲ ਹੋਣ ਦਾ। ਤੁਸੀਂ ਉੱਥੇ ਸੋ ਇਹ ਚੀਜ਼ਾਂ ਜਿਹੜੀਆਂ ਆ, ਜੇ ਤੁਸੀਂ ਘੱਟੋ ਘੱਟ ਇੰਨਾ ਤਾਂ ਤੁਸੀਂ ਜਾਣਦੇ ਆ ਨਾ ਕਿ ਆਪਣੀ ਈਮੇਲ ਦੇ ਪਾਸਵਰਡ ਪਾ ਕੇ ਆਪਣੇ ਅਕਾਊਂਟ ਦਾ ਐਕਸੈਸ ਆਪਣੇ ਕੋਲ ਰੱਖੋ। ਰਾਜਕਿਰਨ ਇੰਨੇ ਕੁ ਕੇਸਿਸ ਮੈਨੂੰ ਸੁਣਨ ਚ ਆਉਂਦੇ ਆ ਕਿ ਜਿਹਦੇ ਵਿੱਚ ਕਿ ਉਹਨਾਂ ਦੇ ਅਕਾਊਂਟ FMCS ਨੂੰ ਕਾਲ ਕਰਕੇ ਦੁਬਾਰਾ ਕੈਂਸਲ ਕਰਕੇ ਦੁਬਾਰਾ ਤੋਂ ਇਸ਼ੂ ਕਰਾਉਣੇ ਪੈਂਦੇ ਆ, ਬਿਕਾਜ਼ ਅਦਰਵਾਈਜ਼ ਉਹਨਾਂ ਦਾ ਸਾਰਾ ਹੀ ਕੰਟਰੋਲ ਜਿਹੜਾ ਠੱਪ ਹੋ ਜਾਂਦਾ ਹੈ। ਨਹੀਂ, ਇਹ ਫਿਰ ਸਿਚੁਏਸ਼ਨ ਬੜੀ ਬੈਡ ਬਣ ਜਾਂਦੀ ਆ ਉਹਨਾਂ ਸਾਰੀਆਂ ਕੰਪਨੀਆਂ ਦੇ ਲਈ ਵੀ, ਕਿਵੇਂ ਜਿਹੜਾ ਉਹ ਕਰਨਾ, ਕਿਵੇਂ ਹੋਣਾ ਹੈ ਨਾ, ਵੀ ਇਹ ਜਿਹੜਾ ਧਿਆਨ ਰੱਖੋ, ਆਪਣੀ ਕੰਪਨੀ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਰੱਖੋ। ਤੁਸੀਂ ਜੇ ਕਿਸੇ ਕੋਲ ਸਰਵਿਸ ਲੈ ਰਹੇ ਆ ਤਾਂ ਉਹ ਐਜ਼ ਏ ਸਰਵਿਸ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜੀ ਉਹ ਵਰਤੋਂ ਕਰੋ। ਜਿਹੜਾ ਮੋਟਸ ਦੇ ਵਿੱਚ ਸਿਸਟਮ ਇਹਨਾਂ ਨੇ ਜਿਹੜਾ ਅੱਗੇ ਆਉਣਾ ਆ, ਉਹਦੇ ਵਿੱਚ ਇਹੋ ਹੀ ਚੀਜ਼ ਆ ਕਿ ਤੁਹਾਡੇ ਹਰ ਇੱਕ ਯੂਜ਼ਰ ਦਾ ਸੈਪਰੇਟ ਅਕਾਊਂਟ ਹੋਣਾ ਚਾਹੀਦਾ, ਜਿਹੜਾ ਵੀ ਤੁਹਾਡੇ ਅਕਾਊਂਟ 'ਚ ਕੰਮ ਕਰ ਰਿਹਾ ਹੈਗਾ, ਤਾਂ ਕਿ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਕੋਈ ਚੇਂਜਸ ਹੁੰਦੀਆਂ ਹੈਗੀਆਂ, ਦੇਖੋ ਹੁਣ ਜਿਹੜੀ ਐਕਟੀਵਿਟੀ ਲੌਗਇਨ ਹੁੰਦੀ ਆ, ਐਕਟੀਵਿਟੀ ਲੌਗਇਨ ਹੋਊਗੀ ਕਿ ਕਿਹਨੇ ਤੁਹਾਡੇ ਅਕਾਊਂਟ 'ਚ ਜਾ ਕੇ ਚੇਂਜਸ ਕੀਤੀਆਂ ਹੈਗੀਆਂ, ਜੇ ਕੱਲ ਨੂੰ ਕੋਈ ਪ੍ਰੋਬਲਮ ਪੈਂਦੀ ਹੈਗੀ ਹੈ। ਪਰ ਜੇ ਤੁਸੀਂ ਅਕਾਊਂਟ ਆਪਣਾ ਉਹਨਾਂ ਨੂੰ ਦੇਤਾ, ਉਹਨਾਂ ਨੇ ਮਾਸਟਰ ਅਕਾਊਂਟ ਦੇ ਵਿੱਚ ਮਾਸਟਰ ਈਮੇਲ ਦੇ ਨਾਲ ਜਾ ਕੇ ਚੇਂਜਸ ਕਰਦੀਆਂ, ਨੋਬਡੀ ਨੋਜ਼ ਕਿ ਕਿਹਨੇ ਚੇਂਜਸ ਕੀਤੀਆਂ, ਉਹ ਸਾਰੀਆਂ ਓਨਰ ਤੇ ਪੈਂਦੀਆਂ ਕਿ ਓਨਰ ਨੇ ਚੇਂਜਸ ਕੀਤੀਆਂ। ਤੁਸੀਂ ਕੀਤੀਆਂ, ਆਪ ਹੀ ਕੀਤੀਆਂ। ਹਾਂ, ਸੋ ਜੇ ਆਈ ਥਿੰਕ ਇੱਥੇ ਨਾ ਹਰਜੋਤ ਸਿੰਘ ਜੀ ਗਵਾਹੀ ਦੇ ਸਕਦੇ ਆ, ਜਦੋਂ ਕਵਰਡ ਕੈਲੀਫੋਰਨੀਆ ਦੇ ਅਕਾਊਂਟ ਪਹਿਲੋਂ ਜਿਹੜੇ ਉਹ ਸੀਗੇ, ਹੁਣ ਮੈਨੂੰ ਲੱਗਦਾ ਵੀ ਉਹਨਾਂ ਨੇ ਕੀਤਾ ਆ ਵੀ ਤੁਹਾਨੂੰ ਆਪ ਆਪਣਾ ਜਿਹੜਾ ਬਣਾਉਣਾ ਪੈਣਾ, ਪਹਿਲੋਂ ਬਹੁਤ ਮਿਸਮੈਨੇਜਡ ਇਦਾਂ ਹੀ ਜਿਹੜਾ ਸਿਸਟਮ ਸੀਗਾ। ਜੀ ਬਿਲਕੁਲ ਬਿਲਕੁਲ। ਸੋ ਇਹ ਮੋਟਰਸ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਇਹ ਡਿਫਰ ਕਰਨੀਆਂ ਹੈਗੀਆਂ। ਤੇ ਰਾਜਕਿਰਨ ਦੂਸਰੀ ਜਿਹੜੀ ਖਬਰ ਹੈ, ਆਪਣੀਆਂ 3 ELDs ਜਿਹੜੀਆਂ ਹੋਰ FMCSA ਦੀ ਲਿਸਟ ਤੋਂ ਬਾਹਰ ਹੋ ਗਈਆਂ। ਸੋ ਇਹਨਾਂ ਦੇ ਵਿੱਚ ਸੇਫ ELD ਦੇ 2 ਮਾਡਲ ਹੈਗੇ ਆ, ਤੇ ਮਾਈ ਈਲੌਗਸ ELD ਦਾ ਇੱਕ ਮਾਡਲ ਹੈਗਾ। ਸੋ ਸੇਫ ELD ਦਾ ਜਿਹੜਾ ਮਾਡਲ ਨੰਬਰ ਹੈਗਾ, ਸੇਫ ELD ਐਂਡਰੋਇਡ ਦੇ, ਸੇਫ ELD iOS, ਤੇ ਜਿਹੜਾ ਮਾਈ LG2 ਇਹ ਹੈਗਾ ਆ ਮਾਈ ਲੌਗਸ ਇੰਕ ਵੱਲੋਂ ਜਿਹੜੀ ਆ। ਸੋ ਇਹ 3 ਜਿਹੜੀਆਂ ELDs ਆ, ਇਹ FMCSA ਵੱਲੋਂ ਕੱਢ ਦਿੱਤੀਆਂ, ਰਿਵੋਕ ਕਰ ਦਿੱਤੀਆਂ ਗਈਆਂ। ਜਿਹੜੇ ਵੀ ਮੋਟਰ ਕੈਰੀਅਰ ਨੂੰ ਯੂਜ਼ ਕਰਦੇ ਆ, ਉਹਨਾਂ ਕੋਲ 60 ਡੇਜ਼ ਹੈਗੇ ਆ। 60 ਡੇਜ਼ ਦੇ ਲਈ ਉਹ ਪੇਪਰ ਲੌਗ ਯੂਜ਼ ਕਰ ਸਕਦੇ ਆ, ਪਰ 60 ਡੇਜ਼ ਦੇ ਪੇਪਰ ਲੌਗ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਵੀਂ ELD ਜਿਹੜੀ ਆ ਉਹ ਆਰਡਰ ਕਰਨੀ ਪਊਗੀ। ਨਵੀਂ ELD ਆਰਡਰ ਕਰਕੇ ਉਹਦੇ ਪੇਪਰ ਆਪਣੇ ਕੋਲ ਰੱਖੋ, ਪੇਪਰ ਲੌਗ ਯੂਜ਼ ਕਰੋ ਫॉर 60 ਡੇਜ਼। ਜੇ ਇਹ ਕੰਪਨੀਜ਼ ਤੁਹਾਨੂੰ ਕਹਿੰਦੀਆਂ ਹੈਗੀਆਂ ਕਾਲ ਕਰਕੇ ਕਿ ਤੁਸੀਂ ਸਟਿਲ ਯੂਜ਼ ਕਰ ਸਕਦੇ ਹੈਗੇ ਆ, ਅਸੀਂ ਵਰਕ ਕਰ ਰਹੇ ਹਾਂ FMCSA ਨਾਲ, ਪਲੀਜ਼ ਬੀ ਅਵੇਅਰ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਉਹਨਾਂ ਨੂੰ ਜਿਹੜਾ ਕੰਮ ਆ ਉਹ ਬਾਹਰ ਰਹਿ ਕੇ ਕਰਨਾ ਪੈਂਦਾ ਆ। ਸੋ ਜਦੋਂ ਵੀ FMCSA ਦੀ ਲਿਸਟ ਚੋਂ ELD ਬਾਹਰ ਹੁੰਦੀ ਆ, at that point you cannot use that ELD। ਸੋ ਜੇ ਉਹ ਤੁਸੀਂ ELD ਸਟਿਲ ਯੂਜ਼ ਕਰਦੇ ਹੈਗੇ ਤੇ ਤੁਹਾਡੀ ਵਾਇਲੇਸ਼ਨ ਹੈਗੀ ਆ, ਤੁਹਾਨੂੰ ਟਿਕਟ ਮਿਲ ਸਕਦੀ ਹੈ। ਜੀ